ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਕਿਸੇ ਬਦੌਲਤ ਹੋਂਦ ਹੈ ਸਾਡੀ, ਕਿਸੇ ਬਦੌਲਤ ਹੋਂਦ ਹੈ ਸਾਡੀ, ਨਾਲੇ ਸੂਰਜ ਸੁਰਖ ਦੀ। ਕਿਸੇ ਬਦੌਲਤ ਹੋਂਦ ਹੈ ਸਾਡੀ, ਨਾਲੇ ਸੂਰਜ ਸੁਰਖ ਦੀ। ਦੇਖਿਆ ਨਹੀਂ ਮਹਿਸੂਸ ਕਰੀਏ, ਕਿ ਦੇਖਿਆ ਨਹੀਂ ਮਹਿਸੂਸ ਕਰੀਏ ਕਿ ਹਸਤੀ ਹੈ ਇੱਕ ਪੁਰਖ ਦੀ। ਦੋਸਤੋ, ਕਿਧਰੇ ਦੁਨੀਆ ਸੇਕ ਹੰਢਾਵੇ, ਕਿਧਰੇ ਦੁਨੀਆ ਸੇਕ ਹੰਢਾਵੇ, ਕਿਧਰੇ ਦੁਨੀਆ ਠੁਰਕਦੀ। ਕਿਧਰੇ ਦੁਨੀਆ ਸੇਕ ਹੰਢਾਵੇ, ਕਿਧਰੇ ਦੁਨੀਆ ਠੁਰਕਦੀ। ਦੇਖਿਆ ਨਹੀਂ ਮਹਿਸੂਸ ਕਰੀਏ ਕਿ ਹਸਤੀ ਹੈ ਇੱਕ ਪੁਰਖ ਦੀ। ਦੋਸਤੋ, ਆਪਣੀ ਇਸ ਛੋਟੀ ਜਿਹੀ ਸੰਖੇਪ ਪੋਇਟਰੀ ਤੋਂ ਅੱਜ ਦੇ ਇਸ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ ਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ ਪਹੁੰਚੇ ਸਾਡੇ ਖਾਸ ਮਹਿਮਾਨ ਗਿਆਨੀ ਨਰਿੰਦਰ ਸਿੰਘ ਜੀ ਦੇ ਨਾਲ ਸਰਦਾਰ ਰਣਵੀਰ ਸਿੰਘ ਜਟਵਾਲ ਜੀ ਦਾ। ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡੇ ਅੱਜ ਦੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਦੇ ਸ਼ੁਰੂਆਤ ਦੇ ਵਿੱਚ ਮੈਂ ਗਿਆਨੀ ਜੀ ਤੁਹਾਡੇ ਕੋਲ ਪਹਿਲਾਂ ਆਉਣਾ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਅਸੀਂ ਪਿਛਲੇ ਐਪੀਸੋਡ ਦੀ ਲੜੀ ਦੇ ਵਿੱਚ ਜਿਹੜਾ ਕਹਿ ਲਓ ਇੱਕ ਇਲਾਹੀ ਲਫ਼ਜ਼ ਨੂੰ ਤੁਸੀਂ ਜੋ ਹੈ ਬਿਆਨ ਕੀਤਾ, ਸਾਨੂੰ ਜਾਣੂ ਕਰਾਇਆ ਉਹਦੇ ਅੰਤਰੀਵ ਜਾਂ ਕਹਿ ਲਓ ਗਹਿਰੇ ਭਾਵਾਂ ਦੇ ਨਾਲ। ਅੱਜ ਮੈਂ ਚਾਹਾਂਗਾ ਜੀ ਕਿ ਤੁਸੀਂ ਸਾਨੂੰ ਪੁਰਖ ਲਫ਼ਜ਼ ਜੋ ਹੈ ਉਹਦੇ ਬਾਰੇ ਸਾਨੂੰ ਸੰਖੇਪ ਦੇ ਵਿੱਚ ਜਾਣਕਾਰੀ ਦਿਓ ਕਿ ਪੁਰਖ ਲਫ਼ਜ਼ ਦਾ ਅਸਲ ਦੇ ਵਿੱਚ ਕਿਆ ਮਾਇਨਾ ਹੈਗਾ ਆ, ਕਿਆ ਮੀਨਿੰਗ ਹੈਗਾ ਆ, ਤੇ ਇਹਦੇ ਤੋਂ ਅਸੀਂ ਕੀ ਕੀ ਗੁਣ ਗ੍ਰਹਿਣ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਆਪਣੇ ਬਹੁਤ ਹੀ ਪਿਆਰੇ ਦੋਸਤੋ ਸਰਦਾਰ ਅਟਵਾਲ ਜੀ, ਮਟੌਰ ਜੀ ਅਤੇ ਜੋ ਸੰਗਤ ਸੁਣ ਰਹੀ ਹੈ, ਦੇਖ ਰਹੀ ਹੈ, ਅਸੀਂ ਗੁਰਬਾਣੀ ਦੇ ਦੁਆਰਾ ਇੱਕ ਗੂੜੇ ਗਿਆਨ ਨੂੰ ਖੋਜਣ ਦੇ ਵਿੱਚ ਲੱਗੇ ਹੋਏ ਹਾਂ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ, ਜਿਵੇਂ ਮਟੌਰ ਜੀ ਨੇ ਆਪ ਜੀ ਨੂੰ ਕਵਿਤਾ ਸੁਣਾਈ ਹੈ, ਉਸ ਦੇ ਵਿੱਚ ਪਰਮਾਤਮਾ ਦੀ ਜੋ ਸ਼ਕਤੀ ਹੈ, ਹੋਂਦ ਹੈ, ਉਸ ਨੂੰ ਕਿਵੇਂ ਅਨੁਭਵ ਕੀਤਾ ਜਾ ਸਕਦਾ ਹੈ, ਇਹ ਇੱਕ ਗਹਿਰੀ ਖੋਜ ਹੈ। ਸੋ ਇਸ ਕਰਕੇ ਆਪਾਂ ਇੱਕ ਤੋਂ ਗੱਲ ਸ਼ੁਰੂ ਕੀਤੀ ਕਿ ਪਰਮਾਤਮਾ ਇੱਕ ਹੈ, ਸਭ ਉਸਦੇ ਆਕਾਰ ਨੇ, ਉਹ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ, ਤੇ ਪੁਰਖ ਦਾ ਭਾਵ ਕਿ ਉਹ ਜਿਹੜੀ ਸ਼ਕਤੀ ਹੈ ਉਹ ਸਾਰਿਆਂ ਦੇ ਵਿੱਚ ਰਮੀ ਹੋਈ ਹੈ। ਪੁਰਖ ਦਾ ਭਾਵ ਹੈ ਕਿ ਪੂਰਿਆ ਹੋਇਆ, ਜਿਹੜਾ ਜਨ ਦੇ ਵਿੱਚ ਵੀ ਹੈ, ਥਲ ਦੇ ਵਿੱਚ ਵੀ ਹੈ, ਜਲ ਥਲ ਮਹੀਰ ਪੂਰਿਆ ਸੁਆਮੀ ਸਿਰਜਣਹਾਰ ਜੀ। ਉਸ ਪ੍ਰਭੂ ਪਰਮਾਤਮਾ ਦੀ ਜੋ ਸ਼ਕਤੀ ਹੈ ਉਸ ਨੂੰ ਆਪਾਂ ਕਿਵੇਂ ਅਨੁਭਵ ਕਰ ਸਕਦੇ ਹਾਂ, ਕਿਉਂਕਿ ਸਾਨੂੰ ਥੋੜੇ ਜਿਹੇ ਸਮੇਂ ਦੇ ਵਿੱਚ ਜੇਕਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਉਦਾਹਰਣ ਦਿੱਤੀ ਹੈ, ਉਹ ਹੈ ਬਾਣੀ ਬਿਰਲੋ ਕੋ ਵਿਚਾਰਸੀ ਜੇ ਕੋ ਗੁਰਮੁਖ ਹੋਈ। ਇਹ ਬਾਣੀ ਦਾ ਵਿਸ਼ਾ ਬੜਾ ਇੱਕ ਗਹਿਰਾ ਵਿਸ਼ਾ ਹੈ। ਆਮ ਤੇ ਅਸੀਂ ਅੱਖਰ ਵੇਖਾਂਗੇ, ਉਸ ਦਾ ਮੀਨਿੰਗ ਅਸੀਂ ਸਮਝ ਸਕਦੇ ਹਾਂ, ਪਰ ਉਸ ਤੱਕ ਪਹੁੰਚਣ ਵਾਸਤੇ ਸਾਨੂੰ ਇੱਕ ਗਹਿਰਾ ਅਧਿਐਨ ਕਰਨਾ ਪੈਂਦਾ ਹੈ ਜੀ। ਬਾਣੀ ਬਿਰਲੋ ਕੋ ਵਿਚਾਰਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਮਹਾਂਪੁਰਖ ਕੌਣ? ਸਤਿਗੁਰੂ, ਜਿਸ ਨੇ ਪ੍ਰਮਾਤਮਾ ਨੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਵੇਖਿਆ ਹੈ ਔਰ ਆਪ ਪ੍ਰਮਾਤਮਾ ਦਾ ਸਰੂਪ ਹੋਏ ਨੇ, ਉਹ ਨੇ ਮਹਾਂਪੁਰਖ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਪਾਸਾ ਹੋਏ। ਇਸ ਬਾਣੀ ਦੇ ਦੁਆਰਾ ਹੀ ਅਸੀਂ ਆਪਣੇ ਘਰ ਵਿੱਚ ਪਹੁੰਚ ਸਕਦੇ ਹਾਂ। ਇਸ ਕਰਕੇ ਗੁਰਬਾਣੀ ਸਾਨੂੰ ਉਸ ਸਤ ਪੁਰਖ ਦੀ, ਅਕਾਲ ਪੁਰਖ ਦੀ ਵਾਰ-ਵਾਰ ਗੱਲ ਸਮਝਾਉਂਦੀ ਹੈ। ਸਤਿਪੁਰਖ ਜਿਨ ਜਾਣਿਆ। ਅਸੀਂ ਸਿਰਫ ਪੜ੍ਹਦੇ ਹਾਂ, ਅਸੀਂ ਸੁਣਦੇ ਹਾਂ,
ਜਾਣਦੇ ਕਿਹਨੂੰ, ਜਿਹਨੂੰ ਕਦੇ ਦੇਖਿਆ ਹੋਵੇ। ਇਸ ਕਰਕੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ, ਇਸ ਕੇ ਸੰਗ ਸਿਖ ਉਧਰੇ ਨਾਨਕ ਹਰ ਗੁਣ ਗਾਓ। ਐਸੇ ਪੂਰਨ ਸਤਿਗੁਰੂ ਦਾ ਸੰਗ ਕਰਕੇ ਹੀ ਸਿੱਖਾਂ ਦਾ ਉਧਾਰ ਹੁੰਦਾ ਹੈ। ਸੋ ਉਦਾਹਰਨ ਗੁਰੂ ਪਾਤਸ਼ਾਹ ਨੇ ਜੋ ਦਿੱਤੀ ਹੈ, ਪ੍ਰਮਾਤਮਾ ਦੇ ਘਟ ਘਟ ਵਿੱਚ ਰਮੇ ਹੋਏ ਦੀ। ਸਤਿਗੁਰੂ ਪਾਤਸ਼ਾਹ ਆਖਦੇ ਨੇ, ਤੋਹ ਭਮਦ ਜੋ ਬਾਸ ਬਸਤ ਹੈ। ਕਹਿੰਦੇ ਫੁੱਲ ਦੇਖਿਆ, ਉਹ ਸੁਗੰਧੀ ਦਿੰਦਾ ਹੈ, ਉਹ ਸੁਗੰਧੀ ਨਜ਼ਰ ਤੇ ਆਉਂਦੀ ਨਹੀਂ, ਪਰ ਅਸੀਂ ਉਸ ਨੂੰ ਅਨੁਭਵ ਕਰਦੇ ਹਾਂ, ਉਸ ਸੁਗੰਧੀ ਨੂੰ ਮਾਣਦੇ ਹਾਂ। ਉਹ ਭਮਦ ਜੋ ਬਾਸ ਬਸਤ ਹੈ। ਹੁਣ ਉਹ ਫੁੱਲ ਦੇ ਵਿੱਚੋਂ ਸੁਗੰਧੀ ਕਿੱਥੋਂ ਆ ਰਹੀ ਹੈ? ਫੁੱਲ ਦੇ ਹਰ ਪੱਤੀ ਦੇ ਵਿੱਚੋਂ, ਹਰ ਰੇਜ਼ੇ ਦੇ ਵਿੱਚੋਂ ਉਹ ਸੁਗੰਧੀ ਆਉਂਦੀ ਹੈ। ਉਹ ਸੁਗੰਧੀ ਸਭ ਨੂੰ ਦੇ ਰਿਹਾ ਹੈ, ਚਾਹੇ ਉੱਥੇ ਕੋਈ ਪਾਪੀ ਚਲੇ ਜਾਏ, ਪੁੰਨੀ ਚਲੇ ਜਾਏ, ਕਿਸੇ ਧਰਮ ਦਾ ਚਲੇ ਜਾਏ, ਕੋਈ ਗੋਰਾ, ਕੋਈ ਕਾਲਾ, ਕੋਈ ਸਾਧੂ, ਕੋਈ ਵੀ ਚਲੇ ਜਾਏ, ਉਹ ਬਿਨਾਂ ਵਿਤਕਰੇ ਸਭ ਨੂੰ ਸੁਗੰਧੀ ਦਿੰਦਾ ਹੈ। ਤੇ ਇਹ ਬੰਦੇ ਫਿਰ ਤੂੰ ਨਫ਼ਰਤ ਕਿਉਂ ਕਰਦਾ ਹੈ? ਤੂੰ ਉਸ ਫੁੱਲ ਦੇ ਵਾਂਗ ਆਪਣੇ ਅੰਦਰ ਪ੍ਰੇਮ ਦੀ, ਦੈਵਿਕ ਗੁਣਾਂ ਦੀ ਸੁਗੰਧੀ ਕਿਉਂ ਨਹੀਂ ਭਰਦਾ? ਫੁੱਲ ਨੂੰ ਜੇ ਆਖੀਏ ਕਿ ਤੂੰ ਬਹੁਤ ਸੁਗੰਧੀ ਹੁਣ ਦੁਨੀਆ ਨੂੰ ਦਿੱਤੀ ਹੈ, ਹੁਣ ਥੋੜੀ ਬਹੁਤ ਦੁਰਗੰਧ ਦੇ, ਉਹ ਕਦੇ ਨਹੀਂ ਦੇਵੇਗਾ, ਕਿਉਂਕਿ ਉਹਦੇ ਕੋਲ ਹੈ ਨਹੀਂ। ਇਸ ਕਰਕੇ ਅਸੀਂ ਨਫ਼ਰਤ ਦੇ ਭਰੇ ਹੋਏ ਆ, ਤੇ ਅਸੀਂ ਉਹ ਦੈਵੀ ਗੁਣਾਂ ਦੀ ਸੁਗੰਧੀ ਅਸੀਂ ਕਿੱਥੋਂ ਦਈਏ? ਨਫ਼ਰਤ ਹੀ ਮਨੁੱਖ ਨੇ ਫੈਲਾਈ ਹੋਈ ਹੈ, ਈਰਖਾ ਫੈਲਾਈ ਹੋਈ ਹੈ। ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਸਮਝਾਂਗੇ ਕਿ ਜੇਕਰ ਇੱਕ ਫੁੱਲ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਤਾਂ ਫਿਰ ਮੈਂ ਵਿਤਕਰਾ ਕਿਉਂ ਕਰਾਂ? ਇਸ ਕਰਕੇ ਸਾਡੇ ਅੰਦਰੋਂ ਇਹ ਪ੍ਰੇਮ ਦੀ ਸੁਗੰਧੀ, ਦੈਵੀ ਗੁਣਾਂ ਦੀ ਸੁਗੰਧੀ ਇਹ ਆਉਣੀ ਚਾਹੀਦੀ ਹੈ, ਤਾਂ ਕਿ ਹਰ ਮਨੁੱਖ ਸਾਡੇ ਤੋਂ ਕੁਝ ਨਾ ਕੁਝ ਲਾਭ ਉਠਾ ਸਕੇ। ਸੋ ਐਸੇ ਜੋ ਅਦਾਰੇ ਨੇ, ਜਿਹੜੇ ਮਨੁੱਖਤਾ ਨੂੰ ਸਿਰਫ ਸੁਗੰਧੀ ਬਣਦੇ ਨੇ, ਪ੍ਰੇਮ ਬਣਦੇ ਨੇ, ਦਇਆ ਬਣਦੇ ਨੇ, ਜਿਹੜੇ ਵੰਡਣੋਂ ਜਾਣਦੇ ਨੇ, ਕਿਉਂਕਿ ਇਹਨਾਂ ਦੇ ਕੋਲ ਵੰਡਣ ਦੀ ਸਮਰੱਥਾ ਹੈ। ਇਸ ਕਰਕੇ ਜਿਹੜੇ ਨਫ਼ਰਤ ਨਾਲ ਭਰੇ ਹੋਏ ਨੇ, ਉਹ ਤਾਂ ਫਿਰ ਫੁੱਲ ਤੋਂ ਵੀ ਫਿਰ ਦੁਰਗੰਧ ਹੀ ਲੱਭਣਗੇ। ਸੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਬਾਣੀ ਹੈ, ਉਹ ਸਾਨੂੰ ਪ੍ਰੇਮ ਦੀ ਸੁਗੰਧੀ, ਪ੍ਰੇਮ ਦੇ ਫੁੱਲ ਉਗਾਉਣੇ ਚਾਹੀਦੇ ਨੇ। ਸਾਡੇ ਕੋਲ ਜਿਹੜਾ ਵੀ ਆ ਜਾਵੇ, ਉਹ ਕੁਝ ਨਾ ਕੁਝ ਸਾਡੇ ਕੋਲ ਪ੍ਰਾਪਤ ਕਰੇ, ਤੇ ਅਸੀਂ ਜਿਸ ਕੋਲ ਚਲੇ ਜਾਈਏ, ਫਿਰ ਦੂਸਰੇ ਤੋਂ ਵੀ ਸਾਨੂੰ ਕੁਝ ਨਾ ਕੁਝ ਪ੍ਰਾਪਤ ਹੋਵੇ। ਇਸ ਕਰਕੇ ਸਿੱਖ ਦਾ ਭਾਵ ਹੈ ਕਿ ਜੋ ਪ੍ਰਮਾਤਮਾ ਹੈ, ਉਹ ਸਾਰੇ ਘਟਾਂ ਦੇ ਵਿੱਚ ਉਹ ਭਰਪੂਰ ਹੈ, ਉਹਦੀ ਹੋਂਦ ਹੈ, ਤੇ ਉਸ ਹੋਂਦ ਤੋਂ ਆਪਾਂ ਲਾਭ ਉਠਾ ਸਕਦੇ ਹਾਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਿਆਨ ਤੋਂ। ਜੀ ਬਹੁਤ ਖੂਬ ਜੀ, ਬੜੀ ਖੂਬਸੂਰਤੀ ਦੇ ਨਾਲ ਗਿਆਨੀ ਜੀ ਤੁਸੀਂ ਸਾਨੂੰ ਸਮਝਾਇਆ ਪੁਰਖ ਦੇ ਜੋ ਨਵੀਆਂ ਡਾਇਮੈਂਸ਼ਨਸ ਸਾਨੂੰ ਸਮਝਾਈਆਂ ਇਸ ਪੁਰਖ ਲਫ਼ਜ਼ ਦੀਆਂ। ਸੋ ਤੁਹਾਡੇ ਕਹਿਣ ਤੋਂ ਭਾਵ ਕਿ ਇਨਸਾਨ ਨੂੰ ਜੋ ਕਹਿ ਲਓ ਇਸ ਲਫ਼ਜ਼ ਤੋਂ ਜੇ ਅਸੀਂ ਸਿੱਖੀਏ ਤਾਂ ਇਹੀ ਹੈ ਕਿ ਸਾਰਿਆਂ ਦੇ ਲਈ ਜੇ ਕਹਿ ਲਓ, ਸਭ ਤੋਂ ਪਹਿਲਾਂ ਤਾਂ ਵਿਤਕਰਾ ਨਹੀਂ ਹੋਣਾ ਚਾਹੀਦਾ, ਵਿਤਕਰਾ ਰਹਿਤ ਕਹਿ ਲਓ ਵੀ ਜੀਵਨ ਤੇ ਸੋਚ ਹੋਣੀ ਚਾਹੀਦੀ ਹੈ। ਸਮਾਜ ਦੇ ਵਿੱਚ ਆਪਣੇ ਆਪ ਨੂੰ ਯੂਜ਼ਫੁਲ ਬਣਾ ਕੇ ਰੱਖੋ ਕਿ ਲੋਕਾਂ ਦੇ ਕੰਮ ਤੁਸੀਂ ਆਉਂਦੇ ਰਹੋ। ਸੋ ਅਟਵਾਲ ਸਾਹਿਬ, ਮੈਂ ਤੁਹਾਡੇ ਵੱਲ ਆਉਣਾ ਚਾਹਾਂਗਾ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ, ਜਿਸ ਤਰ੍ਹਾਂ ਗਿਆਨੀ ਜੀ ਨੇ ਵੀ ਬਿਆਨ ਕੀਤਾ, ਤੁਹਾਡਾ ਦ੍ਰਿਸ਼ਟੀਕੋਣ ਕੀ ਹੈਗਾ ਆ ਕਿ ਇਸ ਲਫ਼ਜ਼ ਨੂੰ, ਜਿਸ ਤਰ੍ਹਾਂ ਅਸੀਂ ਵੈਲਿਊ ਬੇਸਡ ਐਜੂਕੇਸ਼ਨ ਦੀ ਗੱਲ ਕਰੀਏ, ਸੋ ਨਾਲ ਜੀ ਮੈਂ ਇਹ ਗੱਲ ਕਰਾਂ ਕਿ ਜੋ ਤੁਹਾਡੀ ਸੰਸਥਾ ਹੈਗੀ ਹੈ ਕਲਗੀਧਰ ਟਰੱਸਟ, ਆਲਰੇਡੀ ਇਸ ਪਾਥ ਤੇ ਹੈਗੀ ਹੈ ਕਿ ਬੜੂ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ, ਬਾਬਾ ਜੀ ਨੇ, ਉਹਨਾਂ ਦੀ ਆਲਰੇਡੀ ਇਹ ਸੋਚ ਹੈਗੀ ਹੈ ਕਿ ਅਸੀਂ ਮਨੁੱਖਤਾ ਦੀ ਜੋ ਕਹਿ ਲਓ ਸੇਵਾ ਕਰਨੀ ਹੈਗੀ ਹੈ। ਜਿੱਥੇ ਸਭ ਤੋਂ ਜ਼ਿਆਦਾ ਲੋੜ ਹੈਗੀ ਹੈ ਉਸ ਸੈਕਟਰ ਨੂੰ ਚੁਣਿਆ, ਐਜੂਕੇਸ਼ਨ ਨੂੰ ਚੁਣਿਆ, ਜਿਹੜਾ ਕਹਿ ਲਓ ਇੱਕ ਰਾਮਬਾਣ ਹੈਗਾ ਆ, ਜਾਂ ਅਸੀਂ ਕਹਿ ਲਈਏ 100 ਬਿਮਾਰੀਆਂ ਦਾ ਇੱਕ ਇਲਾਜ ਹੈਗਾ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਜਿਸ ਤਰ੍ਹਾਂ ਗਿਆਨੀ ਜੀ ਨੇ ਵੀ ਇੱਕ ਕੁਛ ਲੇਅਰਸ ਜਿਹੜੀਆਂ ਪਰਤਾਂ ਖੋਲੀਆਂ, ਤੁਸੀਂ ਫਰਦਰ ਕੀ ਪਰਤਾਂ ਖੋਲਣੀਆਂ ਚਾਹੋਗੇ? ਤੇ ਵੈਲਿਊ ਬੇਸਡ ਐਜੂਕੇਸ਼ਨ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਇਸ ਲਫ਼ਜ਼ ਦੀ ਕੀ ਇੰਪੋਰਟੈਂਸ ਹੈਗੀ ਹੈ ਲਾਈਫ ਦੇ ਵਿੱਚ? ਥੈਂਕ ਯੂ ਬੱਬਲ ਸਾਹਿਬ, ਤੇ ਗਿਆਨੀ ਜੀ ਦਾ ਵੀ ਬਹੁਤ ਬਹੁਤ ਥੈਂਕ ਯੂ, ਕਿਉਂਕਿ ਗੁਰਬਾਣੀ ਤੇ ਇੱਕ ਅਥਾਹ ਬੇਅੰਤ ਸਮੁੰਦਰ ਦੀ ਤਰ੍ਹਾਂ ਹੈ ਕਿ ਜਿੰਨੀ ਮਰਜ਼ੀ ਡੂੰਘਾਈ ਤੇ ਚਲੇ ਜਾਓ ਤੇ ਅੰਦਰ ਖਜ਼ਾਨੇ ਨੇ, ਜਿੰਨੀ ਮਰਜ਼ੀ ਰਿਸਰਚ ਕਰ ਲਓ ਉਨਾ ਹੀ ਫਿਰ ਵੱਡਾ ਤੁਹਾਡਾ ਜਿੰਨਾ ਪਿਆਰ ਹੈ ਉਨਾ ਹੀ ਆਨੰਦ ਹੈ। ਬੇਅੰਤ ਅੰਤ
ਫਿਰ ਉੱਥੇ ਹੈ ਨਾ, ਜਿੱਥੇ ਜਦੋਂ ਤੁਹਾਡਾ ਇੱਕ ਵਾਰ ਪਿਆਰ ਹੋ ਜਾਏ ਤੇ ਵਿਸ਼ਵਾਸ ਵੱਜ ਜਾਏ ਤੇ ਫਿਰ ਉਹ ਫਿਰ ਉੱਥੇ ਨਾ ਕੋਈ ਅੰਤ ਲੈਣੇ ਵਾਲੀ ਗੱਲ ਰਹਿ ਨਹੀਂ ਜਾਂਦੀ। ਉਹ ਫਿਰ ਪਿਆਰ ਵਾਲੀ ਅਵਸਥਾ ਦੇ ਵਿੱਚ ਇੱਕ ਜਿਹੜਾ ਰਿਲੇਸ਼ਨਸ਼ਿਪ ਡਿਵੈਲਪ ਹੋ ਜਾਂਦਾ, ਉਹ ਪ੍ਰਮਾਤਮਾ ਜਿਸ ਤਰ੍ਹਾਂ ਗਿਆਨੀ ਜੀ ਨੇ ਦੱਸਿਆ ਕਿ ਪੁਰਖ ਪੂਰਿਆ ਹੋਇਆ ਇੱਕ ਇਸ ਤਰ੍ਹਾਂ ਦੀ ਤਾਕਤ ਹੈ ਜਿਹੜੀ ਕਿ ਸਰਵ ਵਿਆਪਕ, ਕੋਈ ਕਣ ਕਣ ਦੇ ਵਿੱਚ ਸਮਾਈ ਹੋਈ ਹੈ ਤੇ ਸਰਵ ਸਾਂਝੀਵਾਲਤਾ, ਕਿਉਂਕਿ ਜਿਹੜਾ ਜਿਹੜਾ ਭਰਿਆ ਹੋਏਗਾ, ਜਿਹਦੇ ਕੋਲ ਕੁਝ ਹੋਏਗਾ, ਉਹ ਹੀ ਵੰਡ ਸਕਦਾ, ਉਹ ਹੀ ਸਰਵ ਸਾਂਝੀਵਾਲਤਾ ਦਾ ਮੈਸੇਜ ਦੇ ਸਕਦਾ ਤੇ ਆਲ ਨੋਇੰਗ, ਕਿ ਜੇ ਤੋਂ ਬਾਹਰ ਹੋਰ ਕੁਝ ਨਹੀਂ, ਸਭ ਕੁਝ, ਹਰ ਇੱਕ ਚੀਜ਼ ਦਾ ਗਿਆਨ ਰੱਖਣ ਵਾਲੀ ਤਾਕਤ। ਸੋ ਇਹ ਹੈ ਕਿ ਅਸੀਂ ਤੇ ਹਾਲੇ ਜੋ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਅਸੀਂ ਉਹਦੇ ਵਾਸਤੇ ਗੱਲ ਕਰ ਰਹੇ ਸੀ। ਰੀਬੂਟ ਪੰਜਾਬ ਦੇ ਵਿੱਚ ਸਾਡਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਇਸ ਵੇਲੇ ਕੀ ਹੋਇਆ ਕਿ ਕੌਮ ਦਾ ਨੁਕਸਾਨ, ਸ਼ਬਦ ਗੁਰੂ ਦਾ ਮਤਲਬ ਹੀ ਐਜੂਕੇਸ਼ਨ ਹੈ, ਨੌਲੇਜ ਹੈ। ਅਸੀਂ ਜਦੋਂ ਇਸ ਪਾਸੋਂ ਪੂਰੀ ਦੀ ਕੌਮ ਹੀ ਮੁੜ ਕੇ ਕਿਸੇ ਹੋਰ ਪਾਸੇ ਲੱਗ ਜਾਏ ਤੇ ਉਹ ਫਿਰ ਬਰਬਾਦੀ ਲਾਜ਼ਮੀ ਹੈ, ਜੋ ਕਿ ਹੋ ਰਹੀ ਹੈ। ਸੋ ਸਾਡਾ ਜਿਹੜਾ ਇਸ ਪ੍ਰੋਗਰਾਮ ਦਾ ਮਕਸਦ ਹੈ ਰੀਬੂਟ ਪੰਜਾਬ ਦਾ, ਉਹਦੇ 'ਚ ਸਾਡਾ ਮੈਸੇਜ ਇੱਕ ਦੇਣ ਦਾ ਕਿ ਕਲਗੀਧਰ ਟਰੱਸਟ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਨ੍ਹਾਂ ਦੇ ਉੱਤੇ ਬੜਾ ਮਹਾਂਪੁਰਖਾਂ ਦਾ ਇੱਕ ਬਲੈਸਿੰਗਸ ਹੈ। ਸੰਤ ਅਤਰ ਸਿੰਘ ਜੀ ਤੋਂ ਲੈ ਕੇ ਮਹਾਰਾਜ ਜੀ ਤੋਂ ਲੈ ਕੇ ਫਿਰ ਸੰਤ ਤੇਜਾ ਸਿੰਘ ਜੀ ਤੇ ਬਾਬਾ ਇਕਬਾਲ ਸਿੰਘ ਜੀ, ਜਿਨ੍ਹਾਂ ਨੇ ਆਪਣਾ ਇੱਕ ਸਾਹ ਪੰਥ ਦੇ ਲੇਖੇ ਲਾ ਕੇ ਇਹ ਸੰਸਥਾ ਖੜੀ ਕੀਤੀ ਹੈ। ਸੋ ਸੰਸਥਾ ਦਾ ਮਕਸਦ ਹੀ ਇਹੋ ਹੈ ਕਿ ਜਿਹੜੇ ਸੰਸਕਾਰ, ਜਿਸ ਤਰ੍ਹਾਂ ਗਿਆਨੀ ਜੀ ਗੱਲ ਕੀਤੀ ਹੈ ਕਿ ਅਸੀਂ ਇੱਕ ਸ਼ਬਦ ਦੇ ਉੱਤੇ ਭਾਵੇਂ ਅਸੀਂ 10-10 ਘੰਟੇ ਵਿਚਾਰ ਕਰੀ ਜਾਈਏ। ਅਸੀਂ ਬੜਾ ਓਪਰੇ ਲੈਵਲ ਤੇ ਸ਼ੁਰੂ ਕੀਤਾ ਸੀ ਕਿ ਅਸੀਂ ਇੱਕ ਓਂਕਾਰ ਤੋਂ ਲੈ ਕੇ ਜਿੰਨੇ ਵੀ ਜਿਹੜੇ ਸੰਸਕਾਰ ਹੈ, ਜਿੰਨੇ ਵੀ ਵੈਲਿਊਜ਼ ਹੈ ਜੋ ਕਿ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਹੋਣੇ ਚਾਹੀਦੇ ਨੇ, ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੀ ਸਮਝ ਲਓ ਲਿਸਟ ਹੀ ਕਰ ਰਹੇ ਹਾਂ। ਜੇ ਉਹਨਾਂ ਤੇ ਡਿਸਕਸ਼ਨ ਕਰਨਾ ਹੋਵੇ, ਉਹਨਾਂ ਦੀ ਡੂੰਘਾਈ ਤੱਕ ਜਾਣਾ ਹੋਵੇ, ਫਿਰ ਤਾਂ ਸਾਨੂੰ ਪਤਾ ਨਹੀਂ ਉਹ ਕਿੰਨਾ ਟਾਈਮ ਉਹਦੇ ਵਾਸਤੇ ਚਾਹੀਦਾ। ਬਿਲਕੁਲ ਮੈਸੇਜ ਦੇਣਾ ਸੰਗਤਾਂ ਨੂੰ, ਮੈਸੇਜ ਅਸੀਂ ਉਨਾ ਹੀ ਕਿ ਦੇਣਾ ਜਿੰਨਾ ਕਿ ਸੰਗਤਾਂ ਨੂੰ ਸਮਝ ਕੇ ਪ੍ਰੈਕਟੀਕਲੀ ਉਹਦਾ ਫਾਇਦਾ ਹੋ ਸਕੇ। ਕਿਉਂਕਿ ਇਸ ਤਰ੍ਹਾਂ ਹੈ ਕਿ ਅਸੀਂ ਬਹੁਤ ਕਿਸੇ ਵੀ ਸਬਜੈਕਟ ਦੇ ਵਿੱਚ ਬਹੁਤ ਡੂੰਘਾਈ ਦੇ ਵਿੱਚ ਚਲੇ ਜਾਂਦੇ ਆ। ਉਹ ਡੂੰਘਾਈ ਜਾਣ ਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਕਿ ਕਈ ਵਾਰੀ ਜਿਹੜਾ ਦੇਖਣੇ ਵਾਲਾ, ਸੁਣਨੇ ਵਾਲਾ, ਉਹ ਇਹ ਕਹਿੰਦਾ ਕਿ ਯਾਰ ਇਹ ਤਾਂ ਬਹੁਤ ਹੀ ਡੂੰਘਾ ਸਬਜੈਕਟ ਹੈ ਸਾਡੇ ਪਾਸੇ, ਗੂੜ ਗਿਆਨ, ਹਾਂਜੀ, ਆਪਣਾ ਰੋਜੀ ਰੋਟੀ ਦਾ ਕੀ ਆਪਣਾ ਖਿਆਲ ਰੱਖੀਏ। ਇੱਥੇ ਹੋਏ ਹੋਈ ਰਿਹਾ, ਕਿਉਂਕਿ ਜਿਹੜਾ ਕਲਗੀਧਰ ਟਰੱਸਟ ਦਾ ਜਿਹੜਾ ਮਿਸ਼ਨ ਹੈ ਉਹ ਕੀ ਕਰ ਰਹੇ ਨੇ, ਉਹ ਕੋਈ ਹੁਣ ਇਸ ਤਰ੍ਹਾਂ ਦਾ ਕੋਈ ਗਿਆਨ ਜਿਹੜਾ ਜੋ ਡੂੰਘਾ ਗਿਆਨ ਹੈ ਉਹਦੇ ਉੱਤੇ ਕੋਈ ਡਿਸਕਸ਼ਨ ਜਾਂ ਵਿਚਾਰ ਵਾਲੀ ਗੱਲ ਨਹੀਂ ਹੈਗੀ। ਉਹ ਤੇ ਬਹੁਤ ਹੀ ਇੱਕ ਸਿੰਪਲ ਪ੍ਰਿੰਸੀਪਲ ਹੈ ਕਿ ਭਾਈ ਜੇ ਤੁਸੀਂ ਬੱਚੇ ਨੂੰ 3 ਤੋਂ 5 ਸਾਲ ਦਾ ਬੱਚਾ ਜਦੋਂ ਕਿ ਉਹਦੇ ਅੰਦਰ ਜਿਹੜੀਆਂ ਜੋ ਵੀ ਸਮਾਜਿਕ ਤੱਤ, ਚੰਗੇ ਤੱਤ ਤੇ ਮਾੜੇ ਤੱਤ ਆਉਣੇ ਸ਼ੁਰੂ ਹੁੰਦੇ ਆ, ਉਸ ਵਿੱਚ ਅਸੀਂ ਸਹੀ ਛਾਨਣੀ ਲਾ ਦਈਏ ਜਾਂ ਸਹੀ ਛੱਜ ਦਾ ਵਰਤੋਂ ਕਰ ਲਈਏ, ਉਸ ਵੇਲੇ ਜੇ ਅਸੀਂ ਇਹ ਜਿਹੜੀ ਟੀਨ ਏਜ ਤੋਂ ਪਹਿਲਾਂ ਅਸੀਂ ਬੱਚੇ ਨੂੰ ਗੁਰਮਤਿ ਵਾਲੇ ਰਾਹ ਤੇ ਪਾ ਦਈਏ। ਇਹ ਸਾਰੇ ਦਾ ਸਾਰਾ ਜਿਹੜਾ ਐਜੂਕੇਸ਼ਨ ਸਿਸਟਮ ਹੀ ਹੈ, ਜਦੋਂ ਪਿੰਡਾਂ 'ਚ ਜਾ ਕੇ ਅਕੈਡਮੀ ਸ਼ੁਰੂ ਕਰਦੇ ਨੇ, ਸਿਰਫ 2 ਕਮਰਿਆਂ ਦੇ ਨਾਲ ਅਕੈਡਮੀ ਸ਼ੁਰੂ ਕਰ ਦੇਣੀ ਤੇ ਜਿੰਨੇ 3 ਤੋਂ 5 ਸਾਲ ਦੇ ਬੱਚੇ ਆ, KG, ਰਿਸੈਪਸ਼ਨ, ਨਰਸਰੀ, ਉਹਨਾਂ ਦੀ ਇੱਕ ਕਲਾਸ ਲਾ ਦੇਣੀ ਤੇ ਇੱਕ ਨਾਲ ਐਡਮਿਨ ਬਲਾਕ ਹੋ ਗਿਆ ਤੇ ਇੰਨੀ ਛੋਟੇ ਕੈਪੀਟਲ ਐਕਸਪੈਂਡੀਚਰ ਸਕੂਲ ਸ਼ੁਰੂ ਕਰਨਾ, ਤੇ ਹਰ ਸਾਲ ਇੱਕ ਕਲਾਸ ਐਡ ਕਰੀ ਜਾਣੀ ਤੇ ਨਾਲ ਬਿਲਡਿੰਗ ਦੇ ਕਮਰੇ ਐਡ ਕਰੀ ਜਾਣੇ। ਬਹੁਤ ਹੀ ਵਧੀਆ, ਮੈਂ ਤਾਂ ਕਹਿੰਦਾ ਕੋਈ ਵਾਹਿਗੁਰੂ ਨੇ ਕਲਾ ਵਰਤਾ ਕੇ ਇਸ ਤਰ੍ਹਾਂ ਦਾ ਜੋ ਇਹ ਪ੍ਰੋਜੈਕਟ ਜਿਹੜਾ ਹੋਂਦ ਵਿੱਚ ਆਇਆ ਹੈ, ਜਿਸ ਦੇ ਕੋਲ ਇਸ ਵੇਲੇ ਪੂਰਾ ਇੱਕ ਇੰਨੀ ਤਾਕਤ ਹੈ, ਇੰਨਾ ਪੋਟੈਂਸ਼ੀਅਲ ਹੈ, ਉਹਦੇ ਪਿੱਛੇ ਇੰਨੀ ਸੋਚ ਹੈ, ਡੂੰਘਾਈ ਹੈ, ਮਹਾਂਪੁਰਖਾਂ ਦਾ ਹੱਥ ਹੈ ਕਿ ਪੰਜਾਬ ਨੂੰ ਇਸ ਵੇਲੇ ਵੜਦੀ ਅੱਗ ਦੇ ਵਿੱਚੋਂ ਕੱਢ ਸਕਦੇ ਨੇ। ਟਾਰਗੇਟ ਹੈ 500 ਸਕੂਲਾਂ ਦਾ, ਬੇਸ ਹੈ ਗੁਰਬਾਣੀ, ਕਿ ਬੱਚਾ 3 ਤੋਂ 5 ਸਾਲ ਦੀ ਉਮਰ ਦੇ ਵਿੱਚ ਜੇ ਉਹਦੇ ਮਨ 'ਚ ਇਹ ਗੱਲ ਐਨ ਬੈਠਾ ਦਿੱਤੀ ਜਾਵੇ ਕਿ ਗੁਰਬਾਣੀ ਤੋਂ ਬਿਨਾਂ ਹੋਰ ਵਿਦਿਆ ਬੇਕਾਰ ਹੈ ਜੀ। ਤੇ ਗੁਰਬਾਣੀ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਲ ਕੋਈ ਕਥਾ ਵਿਚਾਰ ਵਾਲੀ ਗੱਲ ਨਹੀਂ ਕਰ ਰਹੇ, ਅਸੀਂ ਸਿਰਫ ਨਿਤਨੇਮ ਦੀ ਗੱਲ ਹੈ ਕਿ ਨਿਤਨੇਮ ਦੇ ਜਿਹਦਾ ਕਨਸੈਪਟ ਸਮਝ ਆ ਗਿਆ ਕਿ ਮੇਰਾ ਹਰ ਇੱਕ ਦਿਨ ਦੇ ਵਿੱਚ ਮੇਰਾ ਸਾਰਿਆਂ ਤੋਂ ਨੰਬਰ 1 ਪ੍ਰਾਇੋਰਟੀ ਹੈ ਕਿ ਮੈਂ ਨਿਤਨੇਮ ਜ਼ਰੂਰ ਕਰਨਾ। ਤੁਸੀਂ ਘੱਟੋ ਘੱਟ ਭਾਵੇਂ ਮੂਲ ਮੰਤਰ ਤੋਂ ਸ਼ੁਰੂ ਕਰੋ, ਜਪਜੀ ਸਾਹਿਬ ਤੱਕ ਕਰੋ, ਫਿਰ ਹੋਰ ਤੁਸੀਂ ਜੋ ਵੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਉੱਥੇ ਤੱਕ ਪਹੁੰਚ ਜਾਓ। ਫਿਰ ਇਹ ਹੈ ਕਿ ਉਹ ਤੋਂ ਬਾਅਦ ਤੁਸੀਂ ਜਿਹੜਾ ਸਿੱਖੀ ਸਰੂਪ ਆ, ਜੋ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਇਸ ਤਰ੍ਹਾਂ ਦੀ ਬਖਸ਼ਿਸ਼ ਦਿੱਤੀ ਹੈ, ਉੱਤੇ ਕੰਪਰੋਮਾਈਜ਼ ਨਹੀਂ ਕਰਨਾ। ਕਿਉਂਕਿ ਜੇ ਗੁਰੂ ਨਾਲ ਪਿਆਰ ਹੈ ਤੇ ਤੁਹਾਨੂੰ ਇਹ ਗੁਰੂ ਦੀ ਸੂਰਤ ਨਾਲ ਪਿਆਰ ਕਰਨਾ ਪਏਗਾ। ਤੁਹਾਨੂੰ ਇਹ ਹੈ ਕਿ ਜਦੋਂ ਤੁਸੀਂ ਸਮਾਜ ਵਿੱਚ ਵਿਚਰੋ ਤੇ ਤੁਹਾਡੇ ਤੇ ਕੋਈ ਉਂਗਲੀ ਕਰੇ ਤਾਂ ਤੁਹਾਡੇ ਮਨ 'ਚ ਇੰਨਾ ਦੁੱਖ ਹੋਣਾ ਚਾਹੀਦਾ ਕਿ ਇਹ ਉਂਗਲੀ ਗੁਰੂ ਨਾਨਕ ਦੇਵ ਜੀ ਤੇ ਹੋ ਰਹੀ ਹੈ, ਉਂਗਲੀ ਗੁਰੂ ਗੋਬਿੰਦ ਸਿੰਘ ਜੀ ਤੇ ਹੋ ਰਹੀ ਹੈ। ਇਹ ਸੰਸਕਾਰ ਹੈ, ਇਹ ਜਿਹੜਾ ਐਜੂਕੇਸ਼ਨ ਸਿਸਟਮ ਉਹ ਦੇ ਰਿਹਾ, ਕਲਗੀਧਰ ਟਰੱਸਟ ਦੇ ਰਿਹਾ।
ਅਸੀਂ ਤੇ ਦੇਖੋ ਹੁਸ਼ਿਆਰਪੁਰ ਡਿਸਟ੍ਰਿਕਟ ਪਹਿਲੀ ਅਕੈਡਮੀ ਸਾਡੇ ਪਿੰਡ ਬਣੀ ਸੀ। ਅਸੀਂ ਆਪ ਉਹ ਪਿੰਡ ਦੇ ਵਿੱਚ ਜੋ ਬੱਚਿਆਂ ਦਾ, ਜਿਸ ਪਿੰਡ 'ਚ ਮੈਂ 13 ਸਾਲ ਰਿਹਾ, ਮੈਂ ਜੀ, ਆਪ ਬੱਚਿਆਂ ਦੇ ਵਿੱਚ ਜਾ ਕੇ ਉਹ ਪਰਿਵਰਤਨ ਦੇਖ ਰਿਹਾ ਕਿ ਜੋ ਮੇਰੇ ਇੱਕ ਤਰ੍ਹਾਂ ਦਾ ਮੇਰਾ ਸੁਪਨਾ ਸੀ ਵੀ ਹੋਣਾ ਚਾਹੀਦਾ, ਇੱਕ ਜਿਨ੍ਹਾਂ ਕਮੀਆਂ ਦੇ ਵਿੱਚ ਅਸੀਂ ਰਹਿ ਕੇ ਉੱਥੋਂ ਬਾਹਰ ਨਿਕਲੇ ਹਾਂ, ਸਟਰਗਲ ਕੀਤੀ ਹੈ, ਕਿ ਉਹ ਮੇਰੇ ਪਿੰਡ ਦੇ ਹੋਰ ਬੱਚਿਆਂ ਨੂੰ ਉਹ ਚੀਜ਼ ਦੀ ਸਮੱਸਿਆ ਨਾ ਝੱਲਣੀ ਪਵੇ। ਜੀ। ਤੇ ਉਹ ਮੈਂ ਦੇਖ ਵੀ ਰਿਹਾ ਕਿ 10 ਸਾਲਾਂ ਦੇ ਵਿੱਚ 10ਵੀਂ ਕਲਾਸ ਦੇ ਜਦੋਂ ਰਿਜ਼ਲਟ ਆਏ ਤੇ ਡਿਸਟ੍ਰਿਕਟ ਟੌਪਰ ਇੱਕ ਪਿੰਡ ਦੇ ਸਕੂਲ, ਸਾਡਾ ਪਿੰਡ ਤੇ ਅਸੀਂ ਮੈਨੂੰ ਲੱਗਦਾ 80 ਘਰ ਨੇ, 500 ਦੀ ਪੋਪੂਲੇਸ਼ਨ ਹੈ ਸਿਰਫ, ਜੀ, ਪਿੰਡ ਦੇ ਸਕੂਲ ਵਿੱਚੋਂ ਇੱਕ ਡਿਸਟ੍ਰਿਕਟ ਦਾ ਟੌਪਰ ਪ੍ਰੋਡਿਊਸ ਕਰ ਦੇਣਾ। ਜੀ, ਇਹ ਐਜੂਕੇਸ਼ਨ ਦਾ ਸਕਿੱਲ ਨਹੀਂ ਹੈ, ਇਹ ਸਕਿੱਲ ਹੈ ਕਿ ਉਹਨਾਂ ਦੀ ਜਿਹੜੀ ਸਾਰੀ એનર્ਜੀ ਹੈ, ਫੋਕਸ ਹੈ, ਉਹ ਗੁਰਬਾਣੀ ਦੇ ਰਾਹੀਂ ਚੈਨਲਾਈਜ਼ ਕਰਨਾ। ਜੀ, ਜੀ, ਨਿਤਨੇਮ ਕਰ ਲਿਆ, ਆਪਣਾ ਸਿੱਖੀ ਸਰੂਪ ਦੇ ਵਿੱਚ ਆ, ਗੁਰਬਾਣੀ ਨਾਲ ਤੁਹਾਡਾ ਪਿਆਰ ਆ, ਉਹ ਇੱਕ ਜਗ੍ਹਾ ਗੱਲ ਹੋ ਗਈ। ਪਰ ਇਹਦੇ ਵਿੱਚੋਂ ਜਿਹੜੀ ਤੁਹਾਨੂੰ ਤਾਕਤ ਮਿਲਦੀ ਹੈ, ਉਹਦੇ ਨਾਲ ਜਿਹੜੀ ਤੁਸੀਂ ਦੁਨਿਆਵੀ ਵਿੱਦਿਆ ਦੇ ਵਿੱਚ ਤੁਸੀਂ ਮੱਲ ਮਾਰਦੇ ਹੋ, ਇਹ ਬਹੁਤ ਵੱਡਾ ਸੀਕ੍ਰੇਟ ਹੈ ਇਸ ਆਰਗੇਨਾਈਜੇਸ਼ਨ। ਜੀ, ਕਿਉਂਕਿ ਬਿਲਕੁਲ ਪੇਰੈਂਟਸ ਉੱਥੇ ਭੇਜਦੇ ਨੇ, ਇਹ ਨਹੀਂ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਉਣ ਵਾਸਤੇ ਕੋਈ ਨਹੀਂ ਭੇਜਦਾ, ਜੀ, ਇਸ ਲਈ ਭੇਜ ਰਿਹਾ ਕਿ ਉਹਨਾਂ ਦੇ ਐਜੂਕੇਸ਼ਨ ਦੇ ਰਿਜ਼ਲਟ ਚੰਗੇ ਨੇ। ਜੀ, ਬਿਲਕੁਲ ਜੀ। ਉਹ ਰਿਜ਼ਲਟ ਨੂੰ ਅਸੀਂ ਯੂਜ਼ ਕਰਕੇ ਅਸੀਂ ਬੈਕਡੋਰ ਤੋਂ ਜਿਹੜੀ ਹੈ ਗੁਰਮਤਿ ਦੀ ਵਿੱਦਿਆ, ਉਹ ਉੱਪਰ ਇੱਕ ਲੇਅਰ ਉਹ ਵਿਛਾ ਰਹੇ ਹਾਂ ਕਿ ਇਹ ਬੱਚਾ ਸਕੂਲ ਛੱਡ ਵੀ ਜਾਵੇ। ਕਦੀ ਵੀ, ਮੈਂ ਕੱਲ ਹੀ ਇੱਕ ਬੱਚੇ ਵਾਸਤੇ ਡਿਸਕਸ ਕਰ ਰਿਹਾ ਸੀ, ਉਹ ਬੱਚੇ ਨੂੰ ਪੁੱਛਿਆ ਗਿਆ ਵੀ ਕਲਗੀਧਰ ਟਰੱਸਟ ਦੀ ਤੂੰ ਦੱਸ ਕੇ ਸਭ ਤੋਂ ਵੱਡੀ ਦੇਣ ਕੀ ਹੈ ਤੇਰੇ ਵਾਸਤੇ। ਉਹ ਕਹਿੰਦੇ ਕਲਗੀਧਰ ਟਰੱਸਟ ਜਿਹੜੀ ਜੋ ਉੱਥੇ ਦਾ ਐਜੂਕੇਸ਼ਨ ਸਿਸਟਮ, ਮੇਰੀ ਸਕੂਲਿੰਗ ਦੇ, ਉਹ ਸਭ ਤੋਂ ਵੱਡੀ ਇਹ ਦੇਣ ਆ ਕਿ ਮੈਂ ਗੁਰੂ ਤੇ ਗੁਰਬਾਣੀ ਦੇ ਨਾਲੋਂ ਕਦੀ ਟੁੱਟ ਨਹੀਂ ਸਕਦਾ। ਹੋ ਸਕਦਾ ਮੈਂ 2 ਸਾਲ ਨਿਤਨੇਮ ਨਾ ਕਰਾਂ, ਹੋ ਸਕਦਾ ਮੈਂ 2 ਸਾਲ ਆਪਣੇ ਘਰੇਲੂ ਮਜਬੂਰੀਆਂ ਕਰਕੇ ਮੈਂ ਕਿ ਥੋੜਾ ਜਿਹਾ ਦੂਰ ਚਲ ਜਾਵਾਂ, ਪਰ ਉਹ ਮੈਨੂੰ ਇਸ ਤਰ੍ਹਾਂ ਦਾ ਉਹਨੇ ਰੱਸਾ ਪਾਇਆ ਕਿ ਮੈਂ ਉਹ ਮੁੜ ਕੇ ਮੈਨੂੰ ਉਸੇ ਬੇਸ ਦੇ ਕੋਲ, ਮੈਨੂੰ ਗੁਰਬਾਣੀ ਦਾ ਬੇਸ ਮੇਰਾ ਜ਼ਿੰਦਗੀ ਦਾ ਮੁੜ ਕੇ, ਜੇ ਮੈਂ ਜ਼ਿੰਦਗੀ ਦੇ ਵਿੱਚ ਸਿੱਖੀ ਵੱਲ ਆਵਾਂਗਾ ਤਾਂ ਇਸੇ ਕਰਕੇ ਆਵਾਂਗਾ ਕਿ ਮੈਂ ਜਿਹੜੇ 12 ਸਾਲ 13 ਸਾਲ ਅਕਾਲ ਅਕੈਡਮੀ ਚਲਾਏ ਨੇ, ਉਹਨੇ ਮੈਨੂੰ ਸਿੱਖੀ ਦੇ ਨਾਲ ਬੰਨ੍ਹ ਦਿੱਤਾ ਸਦਾ ਵਾਸਤੇ। ਜੀ, ਜੀ, ਮਿਸ਼ਨ ਹੈ ਤੇ ਇਹਦੇ ਵਿੱਚ ਮੈਂ ਸੰਗਤਾਂ ਅੱਗੇ ਅਪੀਲ ਵੀ ਕਰਾਂਗਾ ਕਿ ਇਸ ਵੇਲੇ ਜਿਸ ਤਰ੍ਹਾਂ ਅਸੀਂ ਰੀਬੂਟ ਪੰਜਾਬ ਤੋਂ ਥੋੜਾ ਜਿਹਾ ਹਟ ਕੇ ਅਸੀਂ ਹੁਣ ਕੋਵਿਡ ਦਾ ਜੋ ਇਸ ਵੇਲੇ ਕ੍ਰਾਈਸਿਸ ਚੱਲ ਰਹੀਆਂ, ਜੀ, ਜੀ, 130 ਸਕੂਲ ਨੇ, 130 ਸਕੂਲ 1 ਸਾਲ ਵਾਸਤੇ ਬੰਦ ਹੋ ਜਾਣੇ, ਉਹਦੇ ਵਿੱਚ ਇਹ ਕਿ ਸਾਰੇ ਬੱਚਿਆਂ ਦੀਆਂ ਫੀਸਾਂ ਨਾ ਹੋਣੀਆਂ, ਇਹ ਇੱਕ ਬਹੁਤ ਵੱਡਾ ਚੈਲੰਜ ਹੈ ਜਿੱਥੇ ਕਿ ਹੁਣ ਹਰ ਇੱਕ ਇਸ ਕੋਵਿਡ ਦੀ ਕ੍ਰਾਈਸਿਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਆ। ਅਸੀਂ ਸੰਗਤਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਅਸੀਂ ਬੱਚੇ ਸਪਾਂਸਰਸ਼ਿਪ ਦੀ ਅਪੀਲ ਤੇ ਚੱਲੇ ਰਹੀਏ, ਤੁਸੀਂ ਜਦੋਂ ਵੀ ਚਾਹੋ, ਬੱਚਿਆਂ ਦੀ ਸਾਡੇ ਕੋਲ ਬਹੁਤ ਸਟਾਕ ਹੈ, ਕਿਊਜ਼ ਲੱਗੀ ਹੋਈ ਹੈ, ਜਦੋਂ ਵੀ ਸਪਾਂਸਰ ਕਰਨਾ ਚਾਹ ਕਰ ਸਕਦੇ ਹੋ। ਪਰ ਇਸ ਵੇਲੇ ਕ੍ਰਾਈਸਿਸ ਇਹ ਨੇ ਕਿ ਕੋਵਿਡ ਦੇ ਕਰਕੇ ਘੱਟੋ ਘੱਟ 36 ਕਰੋੜ ਦਾ ਜਿਹੜਾ ਨੁਕਸਾਨ ਹੋਇਆ ਹੈ ਕਲਗੀਧਰ ਟਰੱਸਟ ਨੂੰ, ਜਿਹੜੀਆਂ ਕਿ ਫੀਸਾਂ ਨਹੀਂ ਦੇ ਸਕੇ, ਪਰ ਫਿਰ ਵੀ ਨਹੀਂ ਐਡਾ ਬੜਾ ਲਾਸ ਸਹਿਣ ਕਰਕੇ ਵੀ ਆਨਲਾਈਨ ਕਲਾਸਾਂ ਜਾਰੀ ਰੱਖੀਆਂ। ਇਹਨਾਂ ਦਾ ਸਾਰੇ ਜੋ ਵੀ ਐਗਜ਼ਾਮ ਸਿਸਟਮ, ਐਵਰੀਥਿੰਗ, ਬੱਚਿਆਂ ਨੂੰ ਕਿਸੇ ਪਾਸਿਓਂ ਵੀ ਨਿਤਨੇਮ ਗੁਰਬਾਣੀ ਨਾਲ ਪੇਰੈਂਟਸ ਕਿਸੇ ਪਾਸਿਓਂ ਵੀ ਬੱਚਿਆਂ ਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਸਕੂਲ ਨਹੀਂ ਜਾ ਰਹੇ। ਪਰ ਹਾਂ, ਕੋਵਿਡ ਕਰਕੇ ਜਿਸ ਤਰ੍ਹਾਂ ਕਈਆਂ ਦੀ ਇਨਕਮ ਅਫੈਕਟ ਹੁੰਦੀ ਹੈ ਪੇਰੈਂਟਸ ਦੀ, ਇਹ ਬਹੁਤ ਵੱਡੀ ਸਮੱਸਿਆ ਹੈ ਕਿ ਇੱਕ ਪੰਥਕ ਆਰਗੇਨਾਈਜੇਸ਼ਨ ਇੱਥੇ ਤੱਕ ਪਹੁੰਚੀ ਹੈ ਤੇ ਉਹਦੇ ਵਿੱਚ ਅਸੀਂ ਵੱਧ ਚੜ ਕੇ ਉਹਨਾਂ ਦਾ ਇਸ ਕ੍ਰਾਈਸਿਸ ਵਾਲੇ ਟਾਈਮ ਹਿੱਸਾ ਪਾਈਏ। ਅਸੀਂ ਜੋ ਵੀ ਯੋਗਦਾਨ ਪਾ ਸਕਦੇ ਹਾਂ ਆਪਣੇ ਦਸਵੰਧ ਵਿੱਚੋਂ। ਇਸ ਇੱਕ ਬਹੁਤ ਹੀ ਵੱਡਾ ਇੱਕ ਪੁੰਨ ਦਾ ਕੰਮ ਹੈ ਕਿ ਇਹ ਆਰਗੇਨਾਈਜੇਸ਼ਨ ਕਿਸੇ ਤਰ੍ਹਾਂ ਵੀ ਕਿਸੇ ਕ੍ਰਾਈਸਿਸ ਦੇ ਵਿੱਚੋਂ ਫੇਲ ਨਾ ਹੋਵੇ। ਤੇ ਬਾਕੀ ਮਹਾਂਪੁਰਖਾਂ ਦਾ ਪਿੱਛੇ ਹੱਥ ਹੈ ਕਿ ਇੰਨੀ ਸੰਗਤਾਂ ਦਾ ਸਹਿਯੋਗ ਹੈ ਕਿ ਵੱਡੇ ਵੱਡੇ ਕ੍ਰਾਈਸਿਸ ਦੇ ਵਿੱਚੋਂ ਲੰਘੇ ਨੇ। ਅਸੀਂ 500 ਕਰੋੜ ਦਾ ਪ੍ਰੋਜੈਕਟ ਹੈ, 120 ਕਰੋੜ ਦਾ ਲੋਨ ਲੈ ਕੇ ਵੀ ਉਹਨੂੰ ਸਿਰੇ ਚੜਾਇਆ। ਹੁਣ ਵੀ 70-80 ਕਰੋੜ ਦਾ ਲੋਨ ਜੋ ਹੈ ਚੱਲ ਰਿਹਾ ਹੈ। ਸੋ ਇਹ ਹੈ ਕਿ ਤੁਸੀਂ ਜਿੱਥੇ ਕੋਵਿਡ ਦੀ ਹੋਰ ਮਦਦ ਕਰ ਰਹੇ ਹੋ, ਉੱਥੇ ਇਹ ਵੀ ਹੈ ਕਿ ਕੋਵਿਡ ਦੇ ਨਾਲ ਜਿਹੜੇ ਹੋਰ ਕਈਆਂ ਪਰਿਵਾਰਾਂ ਦਾ ਪੂਰਾ ਇਨਕਮ ਸਿਸਟਮ ਹੀ ਡਿਸਟਰੋਏ ਹੋ ਗਿਆ, ਪਰਿਵਾਰਾਂ ਦੇ ਪਰਿਵਾਰ ਖਤਮ ਹੀ ਹੋ ਗਏ। ਸੋ ਇਹ ਜੋ ਇੱਕ ਭਿਆਨਕ ਕ੍ਰਾਈਸਿਸ ਦੇ ਵਿੱਚੋਂ ਪੰਜਾਬ ਇਸ ਵੇਲੇ ਨਿਕਲ ਰਿਹਾ, ਪੂਰਾ ਹਿੰਦੁਸਤਾਨ ਨਿਕਲ ਰਿਹਾ। ਸੋ ਇਸ ਵੇਲੇ ਵੱਧ ਚੜ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਕਿ ਅਸੀਂ ਬਹੁਤ ਇਹਨਾਂ ਦੇਸ਼ਾਂ ਦੇ ਵਿੱਚ ਕਿ ਸਰਕਾਰ ਨੇ ਪੂਰਾ ਖਜ਼ਾਨਾ ਹੀ ਇੱਕ ਤਰ੍ਹਾਂ ਦਾ ਲੁਟਾ ਦਿੱਤਾ, ਘਰ ਬੈਠਿਆਂ ਨੂੰ ਤਨਖਾਹਾਂ ਦਿੱਤੀਆਂ, ਲੋਨ ਦਿੱਤੇ ਕਿ ਬਿਜ਼ਨਸ ਕੋਈ ਫੇਲ ਨਾ ਹੋਵੇ। ਇਹਨਾਂ ਵਿੱਚੋਂ ਕੋਈ ਵੀ ਸਹੂਲਤ ਤੁਸੀਂ ਦੇਖ ਸਕਦੇ ਹੋ। ਉੱਥੇ ਤਾਂ ਜਿਹੜਾ ਸਿਲੰਡਰ 10,000 ਦਾ ਸੀ ਮਿਲਦਾ ਸੀ, ਉਹ ਹੁਣ 20,000 ਦਾ ਕਰ ਦਿੱਤਾ, ਜਿਹੜੀ 500 ਸੀ 1,000 ਦੀ ਕਰ ਦਿੱਤੀ ਹੈ। ਪਰ ਫਿਰ ਵੀ ਆਪਣੀਆਂ ਸੰਗਤਾਂ ਦਾ ਬਹੁਤ ਵਧੀਆ ਯੋਗਦਾਨ ਹੈ। ਪਰ ਇਹ ਜਿਹੜੀ ਕ੍ਰਾਈਸਿਸ ਦੇ ਵਿੱਚੋਂ ਭਗਵਾਨ ਪਰਮਾਤਮਾ ਹੀ ਆਪਣਾ ਹੱਥ ਦੇ ਕੇ ਬਾਹਰ ਕੱਢ ਸਕਦੇ ਨੇ। ਜੀ ਬਿਲਕੁਲ ਜੀ, ਹਾਂਜੀ ਬਿਲਕੁਲ ਜੀ। ਅਟਵਾਲ ਜੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਸਿਲੰਡਰਾਂ ਦੀ ਤੁਸੀਂ ਗੱਲ ਕੀਤੀ ਹੈ, ਆਕਸੀਜਨ ਸਿਲੰਡਰਾਂ ਦੀ, ਮੈਂ ਜਾਣਨਾ ਚਾਹਾਂਗਾ ਜਿਹੜਾ ਅਕਾਲ ਚੈਰੀਟੇਬਲ ਹਸਪੀਟਲ ਹੈਗਾ ਜੀ ਬੜੂ ਸਾਹਿਬ ਦੇ ਵਿੱਚ,
ਪਿਛਲੇ ਐਪੀਸੋਡ 'ਚ ਵੀ ਅਸੀਂ ਗੱਲ ਕਰ ਰਹੇ ਸੀ ਕਿ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਇੱਕੋ ਇੱਕ ਹਸਪੀਟਲ ਹੈ ਤੇ ਉਹ ਵੀ ਚੈਰੀਟੇਬਲ ਹੈ, ਕੋਈ ਪ੍ਰੋਫਿਟ ਓਰੀਐਂਟਡ ਉਹ ਹਸਪੀਟਲ ਸ਼ਾਇਦ ਨਹੀਂ ਹੈ। ਜੇਕਰ ਮੈਂ ਗਲਤ ਹੋਵਾਂ ਤੁਸੀਂ ਮੈਨੂੰ ਕਰੈਕਟ ਕਰ ਦੇਣਾ ਜੀ। ਕਿ ਮਤਲਬ ਉੱਥੇ ਹੁਣ ਜੋ PPE ਕਿਟਸ ਹੈ ਤੇ ਆਕਸੀਜਨ ਸਿਲੰਡਰ, ਕਿਆ ਉਹਨਾਂ ਦੀ ਹਜੇ ਵੀ ਸਪਲਾਈ ਦੇ ਵਿੱਚ ਥੋੜਾ ਹੈ ਜਾਂ ਉਹ ਪੂਰੀ ਹੋ ਰਹੀ ਹੈ? ਉਹ ਕੀ ਸਿਚੁਏਸ਼ਨ ਹੈ? ਉਹ ਇਸ ਤਰ੍ਹਾਂ ਹੈ ਜੀ ਕਿ ਜਿਸ ਤਰ੍ਹਾਂ ਸੰਗਤ ਟੀਵੀ ਤੇ ਜਿਹੜੀ ਮੈਡੀਕਲ ਸੰਗਤ ਏਡ ਦੀ ਅਪੀਲ ਚੱਲ ਰਹੀ ਹੈ ਕੋਵਿਡ ਵਾਸਤੇ, ਉਹਦੇ ਵਿੱਚ ਅਸੀਂ ਪ੍ਰੋਗਰਾਮਾਂ 'ਚ ਦੱਸ ਰਹੇ ਹਾਂ ਕਿ ਇਸ ਵੇਲੇ ਜਿਹੜੀ ਸਾਡੀ ਅਪੀਲ ਹੈ ਉਹਦੇ 'ਚ 2 ਹਸਪੀਟਲ ਜਿਹੜੇ ਮੇਨ ਉਹ ਪਾਰਟਿਸਿਪੇਟ ਕਰ ਰਹੇ ਨੇ। ਇੱਕ ਗੁਰੂ ਨਾਨਕ ਦੇਵ ਜੀ ਸੁਪਰ ਸਪੈਸ਼ਲਿਟੀ ਹਸਪੀਟਲ ਤਰਨਤਾਰਨ ਸਿੰਘ ਜੀ, ਤੇ ਦੂਸਰਾ ਹੈ ਜਿਹੜਾ ਅਕਾਲ ਚੈਰੀਟੇਬਲ ਹਸਪੀਟਲ ਬੜੂ ਸਾਹਿਬ। ਕਿ ਬੜੂ ਸਾਹਿਬ ਜੋ ਹੈ ਉੱਥੇ ਰੈਜ਼ੀਡੈਂਸ਼ੀਅਲ ਸਕੂਲ ਹੈ, 2000 ਦੇ ਆਸ-ਪਾਸ ਵਿਦਿਆਰਥੀ ਨੇ, ਨਾਲ ਟੀਚਰ ਨੇ, ਹੋਰ ਜੋ ਸਪੋਰਟ ਸਰਵਿਸਿਜ਼ ਹੈ। ਸੋ 5-6 ਹਜ਼ਾਰ ਦੀ ਕਮਿਊਨਿਟੀ ਹੈ, ਇੱਕ ਤਰ੍ਹਾਂ ਦਾ ਇੱਕ ਬੜਾ ਟਾਊਨਸ਼ਿਪ ਹੀ ਹੈ ਉੱਥੇ ਜੀ। ਤੇ ਫਿਰ ਇਹ ਜਿਹੜਾ ਅਕਾਲ ਚੈਰੀਟੇਬਲ ਹਸਪੀਟਲ ਹੈ ਮੇਨਲੀ ਤਾਂ ਹੈ ਕਿ ਆਪਣੀ ਉਸ ਕਮਿਊਨਿਟੀ ਨੂੰ ਸਰਵ ਕਰਨ ਵਾਸਤੇ ਸੈਟਅਪ ਕੀਤਾ ਗਿਆ ਸੀ। 100 ਬੈੱਡ ਦਾ ਹਸਪੀਟਲ ਹੈ, ਟੋਟਲੀ ਫ੍ਰੀ ਹੈ ਤੇ 50-60 ਕਿਲੋਮੀਟਰ ਦੀ ਏਰੀਆ ਦੇ ਵਿੱਚ ਜਿਹੜੇ ਵੀ ਰੂਰਲ ਪਹਾੜੀ ਪਿੰਡ ਹੈ ਉਹ ਸਾਰਿਆਂ ਦਾ ਇਲਾਜ ਉੱਥੋਂ ਚੱਲਦਾ, ਉਹ ਫ੍ਰੀ ਇਲਾਜ ਹੈ। ਪਰ ਹੁਣ ਜਦੋਂ ਕ੍ਰਾਈਸਿਸ ਦੇ ਵਿੱਚ ਇਹਨੂੰ ਬਣਾ ਦਿੱਤਾ ਗਿਆ ਕੋਵਿਡ ਸੈਂਟਰ, ਅਪਰੂਵਡ ਕੋਵਿਡ ਸੈਂਟਰ ਗਵਰਨਮੈਂਟ ਵੱਲੋਂ ਜੀ, ਉਹ 60 ਕਿਲੋਮੀਟਰ ਦੇ ਜੋ ਵੀ ਏਰੀਆ ਰੇਡੀਅਸ ਦੇ ਵਿੱਚ ਹੈ ਉਹ ਇਹ ਇੱਕ ਸੈਂਟਰ ਹੈ ਕਿ ਕੋਈ ਵੀ ਕੋਵਿਡ ਦਾ ਕੇਸ, ਪਰ ਉਹ ਹੈ ਤੇ 100 ਬੈੱਡ ਦਾ, ਪਰ ਇਸ ਵੇਲੇ ਦੱਸਿਆ ਜਾਂਦਾ ਕਿ 250 ਤੋਂ ਜ਼ਿਆਦਾ ਪੇਸ਼ੈਂਟ, ਕੁਝ ਸਕੂਲਾਂ ਦੇ ਕਮਰੇ ਵੀ ਖਾਲੀ ਕਰਕੇ ਵਿੱਚ ਵਰਤਣੇ ਪਏ। ਸੋ ਉਹ ਜ਼ਿਆਦਾ ਇਸ ਵੇਲੇ ਕੋਵਿਡ ਦੇ ਉੱਤੇ ਕਨਸੈਂਟਰੇਟ ਕਰ ਰਹੇ ਨੇ ਤੇ 250 ਪੇਸ਼ੈਂਟ ਦਾ ਇਲਾਜ ਹੋ ਰਿਹਾ। ਜੋ ਸਾਡੀ ਰਿਕੁਆਇਰਮੈਂਟ ਸੀ, ਇਨੀਸ਼ੀਅਲ ਰਿਕੁਆਇਰਮੈਂਟ, ਉਹ ਸਾਰੀ ਸੰਗਤ ਟਰਸਟ ਵੱਲੋਂ, ਸਾਡੇ ਜੋ ਟਰਸਟੀ ਉੱਥੇ ਇੰਡੀਆ ਦੇ ਵਿੱਚ ਹੈ ਨੇ ਭਾਈ ਰਣਧੀਰ ਸਿੰਘ ਜੀ, ਉਹਨੇ ਪਿਛਲੇ ਮੈਡੀਕਲ ਫੰਡ ਦੇ ਵਿੱਚੋਂ ਪੂਰੀ ਕਰ ਦਿੱਤੀ ਸੀਗੀ। ਤੇ ਹੁਣ ਜਿਹੜੀ ਰਿਕੁਆਇਰਮੈਂਟ ਹੈ, ਗੈਸ ਸਿਲੰਡਰ ਦੀ ਰਿਕੁਆਇਰਮੈਂਟ ਹੈ, ਕਿਉਂਕਿ ਪੇਸ਼ੈਂਟਸ ਵੱਧ ਗਏ ਨੇ, ਉਹਨਾਂ ਕਰਕੇ ਹੋਰ ਆਕਸੀਜਨ ਜਨਰੇਟਰਸ, ਜੋ ਕਨਸੈਂਟਰੇਟਰਸ ਨੇ, ਮਸ਼ੀਨਾਂ ਨੇ, ਉਹ ਵੀ ਸੰਗਤ ਟਰਸਟ ਦੇ ਵਿੱਚ ਸੰਗਤ ਏਡ ਦੇ ਨਾਲ ਉੱਥੋਂ ਚਾਈਨਾ ਲਈ 50 ਹੋਰ ਮੰਗਵਾਈਆਂ ਜੀ। ਇਸ ਵੇਲੇ ਜਿਹੜੀ ਰਿਕੁਆਇਰਮੈਂਟ ਹੈ ਉਹ ਅਨਲਿਮਿਟਡ ਹੀ ਹੈ ਕਿਉਂਕਿ ਕੇਸ ਜ਼ਿਆਦਾ ਨੇ। ਬਿਲਕੁਲ ਗੁਰੂ ਸਾਹਿਬ ਦੇ ਨਾਲ ਚੀਮਾ ਸਾਹਿਬ ਵੀ ਇੱਕ ਸੈਂਟਰ ਹੈ ਜਿੱਥੇ ਡਰੱਗ ਡੀ ਐਡਿਕਸ਼ਨ ਸੈਂਟਰ ਹੈ। ਸੋ ਹੋਰ ਤਾਂ ਦੇਖੋ, ਕਿਉਂਕਿ ਜਿਹੜਾ ਇੱਕ ਨੈਟਵਰਕ ਹੈ ਉਹ ਅਕਾਲ ਅਕੈਡਮੀਜ਼ ਦਾ ਨੈਟਵਰਕ ਅੱਧੇ ਪੰਜਾਬ ਨੂੰ ਕਵਰ ਕਰ ਰਿਹਾ। ਸੋ ਇਹ ਹੁੰਦਾ ਕਿ ਜਦੋਂ ਮਹਾਂਪੁਰਖਾਂ ਦੀ ਸੋਚ ਹੁੰਦੀ ਹੈ ਉਹ ਹਰ ਇੱਕ ਨੂੰ ਐਜ਼ ਏ ਪਰਿਵਾਰ ਵਾਂਗੂ ਲੈ ਕੇ ਚੱਲਦੇ ਨੇ। ਜਿਹੜੇ ਸਟੂਡੈਂਟ ਹੈ ਉਹ ਵੀ ਸਾਡਾ ਪਰਿਵਾਰ ਹੈ, ਜਿਹੜੇ ਟੀਚਰ ਹੈ ਉਹ ਵੀ ਸਾਡਾ ਪਰਿਵਾਰ ਹੈ, ਤੇ ਬੱਚੇ ਸਕੂਲਾਂ ਚ ਆਉਂਦੇ ਨੇ ਉਹ ਵੀ ਸਾਡਾ ਪਰਿਵਾਰ ਹੈ ਜੀ। ਬਿਲਕੁਲ ਜੀ, ਬਹੁਤ ਵੱਡਾ ਇੱਕ ਇਹੋ ਸਾਡਾ ਦਾਇਰਾ ਬਣ ਜਾਂਦਾ ਹੈ ਜਿਹਦੇ ਵਿੱਚ ਸਾਡੀ ਜਿਹੜੀ ਬੜੂ ਸਾਹਿਬ ਕਲਗੀਧਰ ਟਰੱਸਟ ਦੀ ਜ਼ਿੰਮੇਵਾਰੀ ਇੱਕ ਸਿਰਫ ਸਕੂਲ ਚਲਾਉਣ ਤੱਕ ਨਹੀਂ ਰਹਿ ਜਾਂਦੀ। ਜਿਨ੍ਹਾਂ ਸੰਗਤਾਂ ਨੇ ਆਪਣਾ ਯੋਗਦਾਨ ਪਾ ਕੇ ਜਿਹੜੀਆਂ ਬਿਲਡਿੰਗਾਂ ਉਸਾਰੀਆਂ, ਜਿਨ੍ਹਾਂ ਨੇ ਸਾਥ ਦਿੱਤਾ, ਉਹਨਾਂ ਦੇ ਕੋਈ ਵੀ ਕ੍ਰਾਈਸਿਸ ਉਹਨਾਂ ਦੇ ਉੱਤੇ ਆਵੇ ਤੇ ਬਾਬਾ ਜੀ ਪਿੱਛੇ ਫਲੱਡ ਦੇ ਵਿੱਚ ਵੀ ਕਰੋੜਾਂ ਰੁਪਏ ਕੇਰਲਾ ਜਾ ਕੇ ਟੀਚਰਾਂ ਦੇ ਘਰਾਂ ਦੇ ਵਿੱਚ ਉੱਥੇ ਫਲੱਡ ਦੇ ਵਿੱਚ ਖਰਚਾ ਕੀਤੇ। ਇਸ ਤਰ੍ਹਾਂ ਪੰਜਾਬ ਵਿੱਚ ਕੋਈ ਵੀ ਕ੍ਰਾਈਸਿਸ ਆਵੇ ਤੇ ਵੱਧ ਚੜ ਕੇ ਹਿੱਸਾ ਪਾਉਂਦੇ ਨੇ ਜੀ। ਬਿਲਕੁਲ ਸਾਹਿਬ ਦੇ ਆਲੇ ਦੁਆਲੇ ਕੁਝ ਪਿੰਡਾਂ ਦੇ ਵਿੱਚ ਤੇ ਜਿਹੜੇ ਆਕਸੀਜਨ ਦੀਆਂ ਮਸ਼ੀਨਾਂ ਵੰਡੀਆਂ ਵੀ ਗਈਆਂ ਕਿ ਜਿਨ੍ਹਾਂ ਦੇ ਹਸਪੀਟਲ 'ਚ ਬੈੱਡ ਨਹੀਂ ਮਿਲ ਰਹੇ ਤੇ ਘਰ ਹੀ ਉਹਨਾਂ ਨੂੰ ਥੋੜਾ ਇਹੋ ਟੈਂਪਰੇਰੀ ਰਿਲੀਫ ਮਿਲ ਸਕੇ ਜੀ। ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਦੇ ਵਿੱਚ ਤੁਸੀਂ ਹਿੱਸਾ ਆਪਣਾ ਪਾ ਕੇ ਇਸ ਵਿੱਚੋਂ ਅਸੀਂ ਬਾਹਰ ਆਈਏ ਤੇ ਅਸੀਂ ਫਿਰ ਦੁਬਾਰਾ ਆਪਣਾ ਜਿਹੜਾ ਰੀਬੂਟ ਪੰਜਾਬ ਦਾ ਨਾਰਮਲ ਪ੍ਰੋਗਰਾਮ, ਜਿੱਥੇ ਕਿ ਅਸੀਂ ਬੱਚਿਆਂ ਦੀ ਸਪਾਂਸਰਸ਼ਿਪ ਵਾਲਾ ਫਿਰ ਦੁਬਾਰਾ ਉਹਨੂੰ ਉਹਦੇ ਤੇ ਜੀ। ਇਹ ਕਰੰਟ ਸਿਚੁਏਸ਼ਨ ਹੈ ਜੀ ਇਸ ਵੇਲੇ ਜੀ। ਬਿਲਕੁਲ ਜੀ, ਮੈਂ ਉਮੀਦ ਕਰਦਾ ਹਾਂ ਜੀ ਕਿ ਸਾਡੇ ਜੋ ਦਰਸ਼ਕ ਹੈ ਇੰਨੇ ਸਿਆਣੇ ਨੇ ਜੋ ਸਾਨੂੰ ਸ਼ੁਰੂ ਤੋਂ ਹੀ ਸਾਡੇ ਇਸ ਪ੍ਰੋਗਰਾਮ ਨੂੰ ਵੀ ਤੇ ਕਲਗੀਧਰ ਟਰੱਸਟ ਨੂੰ ਵੀ ਲੰਬੇ ਸਮੇਂ ਤੋਂ ਸਾਥ ਦਿੰਦੇ ਆ ਰਹੇ ਨੇ। ਹੁਣ ਜੋ ਸਿਚੁਏਸ਼ਨ ਹੈਗੀ ਹੈ ਬੜੀ ਸੀਰੀਅਸ ਸਿਚੁਏਸ਼ਨ ਹੈ, ਅਲਾਰਮਿੰਗ ਸਿਚੁਏਸ਼ਨ ਹੈਗੀ ਹੈ ਇੰਡੀਆ ਦੇ ਵਿੱਚ, ਉਹਦੇ ਤੇ ਹੁਣ ਕੋਈ ਪਰਦਾ ਨਹੀਂ ਰਿਹਾ। ਸੋ ਮੈਂ ਆਪਣੇ ਦਰਸ਼ਕਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਦੋਸਤੋ ਇਸ ਵਕਤ ਤੁਸੀਂ ਜੋ ਹੈ ਵੱਧ ਚੜ ਕੇ ਜੋ ਹੈ ਸਹਾਇਤਾ ਕਰੋ ਕਲਗੀਧਰ ਟਰੱਸਟ ਦੀ, ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜੋ ਹੈ ਕਹਿ ਲਓ ਆਕਸੀਜਨ ਪਹੁੰਚੇ ਤੇ ਜੋ ਸਟਾਫ ਹੈਗਾ ਆ ਉਹਦੇ ਤੱਕ PPE ਕਿਟਸ ਪਹੁੰਚਣ, ਜੋ ਹੋਰ ਥੋੜੇ ਰਿਸੋਰਸਿਸ ਹੈ ਉਹ ਪੈਦਾ ਕਰ ਸਕਣ। ਗਿਆਨੀ ਜੀ, ਜਿਹੜੀ ਸਿਚੁਏਸ਼ਨ ਦੀ ਹੁਣ ਅਸੀਂ ਗੱਲ ਕਰ ਰਹੇ ਸੀ, ਅਟਵਾਲ ਸਾਹਿਬ ਨੇ ਬੜੀ ਡਿਟੇਲ ਦੇ ਵਿੱਚ ਰੋਸ਼ਨੀ ਪਾਈ ਹੈ। ਸੰਖੇਪ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਐਂਡ ਦੇ ਵਿੱਚ? ਦੇਖੋ, ਜਿਸ ਢੰਗ ਦੇ ਨਾਲ ਅਕਾਲ ਚੈਰੀਟੇਬਲ ਬੜੂ ਸਾਹਿਬ, ਜਿੱਥੇ ਕਿ ਮਰੀਜ਼ਾਂ ਦਾ ਫ੍ਰੀ ਇਲਾਜ ਹੋ ਰਿਹਾ,
ਇਸ ਨੂੰ ਕਹਿੰਦੇ ਨੇ ਨਿਸ਼ਕਾਮ। ਜੀ ਜਿੱਥੇ ਨਿਸ਼ਕਾਮਤਾ ਹੈ ਉੱਥੇ ਪ੍ਰਭੂ ਦਾ ਆਪ ਪਹਿਰਾ ਹੁੰਦਾ ਹੈ, ਕਿਉਂਕਿ ਉੱਥੇ ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਕੋਈ ਹੀਰਾ ਫੇਰੀ ਨਹੀਂ, ਕੋਈ ਬੇਈਮਾਨੀ ਨਹੀਂ। ਜੀ ਜਿੱਥੇ ਪ੍ਰਭੂ ਜੀ ਆਪ ਖੜੇ ਹੋਣ ਉੱਥੇ ਇਤਨਾ ਪਹਿਰਾ ਹੁੰਦਾ ਹੈ ਕਿ ਮਨੁੱਖ ਨੂੰ ਇਹ ਸੁਣ ਕੇ ਹੀ ਉਹਦਾ ਅੱਧਾ ਇਲਾਜ ਤੇ ਸੁਣ ਕੇ ਹੋ ਜਾਂਦਾ ਕਿ ਹਾਂ ਇੱਥੇ ਨਿਸ਼ਕਾਮਤਾ ਹੈ, ਇੱਥੇ ਕੋਈ ਕਿਸੇ ਦੇ ਨਾਲ ਹੀਰਾ ਫੇਰੀ ਨਹੀਂ ਹੈ। ਜੀ ਇਸ ਕਰਕੇ ਜੋ ਇਹ ਸਥਾਨ ਹੈ, ਦਾਸ ਵੀ ਇਸ ਸਥਾਨ ਨੂੰ ਸਲਾਮ ਕਰਦਾ ਹੈ। ਨਹੀਂ ਤੇ ਦੁਨੀਆ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਕੀ ਵਰਤਾਰਾ ਵਰਤ ਰਿਹਾ ਹੈ। ਜਿੱਧਰੋਂ ਵੀ ਆਵਾਜ਼ਾਂ ਆਉਂਦੀਆਂ ਨੇ ਕਿ ਉਹਨਾਂ ਨਾਲ ਧੱਕਾ ਹੋਇਆ, ਉਹਨਾਂ ਨਾਲ ਜ਼ੁਲਮ ਹੋਇਆ, ਉੱਥੇ ਆ ਹੋਇਆ, ਉੱਥੇ ਆ ਹੋਇਆ। ਬਹੁਤ ਸਾਰੇ ਸਥਾਨ ਜਿਹੜੇ ਨੇ ਨਾ ਉਹ ਤੇ ਆਪਣੇ ਲੋਕ ਦੀ ਪੂਰਤੀ ਵਾਸਤੇ ਹੀ ਲੱਗੇ ਹੋਏ ਨੇ। ਪਰ ਜਿੱਥੇ ਨਿਸ਼ਕਾਮਤਾ ਹੈ, ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਹੈ ਕਿ ਉੱਥੇ ਜਿਸ ਵੀ ਚੀਜ਼ ਦੀ ਲੋੜ ਹੈ, ਮੈਡੀਸਨ ਦੀ ਲੋੜ ਹੈ ਤੇ ਹੋਰ ਆਕਸੀਜਨ ਦੀ ਲੋੜ ਹੈ, ਪੀਪੀ ਕਿੱਟ ਦੀ ਲੋੜ ਹੈ, ਤੇ ਜਿਸ ਵੀ ਚੀਜ਼ ਦੀ ਲੋੜ ਹੈ ਸਾਨੂੰ ਉੱਥੇ ਸੇਵਾ ਕਰਕੇ ਉਹ ਮਰੀਜ਼ਾਂ ਤੱਕ ਪ੍ਰੋਵਾਈਡ ਕਰਨਾ ਚਾਹੀਦਾ ਹੈ। ਜੀ ਜੀ ਬਿਲਕੁਲ ਗਿਆਨੀ ਜੀ, ਤੁਸੀਂ ਐਪੀਸੋਡ ਦੇ ਵਿੱਚ ਵੀ ਕਈ ਵਾਰ ਦੱਸਿਆ ਅੱਜ ਦੇ ਵਿੱਚ ਕਿ ਬੰਦੇ ਕੋਲ ਸਮਰੱਥਾ ਹੋਏ ਤੇ ਬੰਦਾ ਕਰੇ। ਗਿਆਨੀ ਜੀ ਤੁਸੀਂ ਗੱਲ ਇਹ ਵੀ ਬੜੀ ਵਧੀਆ ਹਾਈਲਾਈਟ ਕੀਤੀ ਹੈ, ਕਈ ਵਾਰ ਬੰਦੇ ਕੋਲ ਸਮਰੱਥਾ ਹੁੰਦੀ ਵੀ ਹੈ ਹਨਾ, ਤੇ ਬਟ ਉਹਦੇ ਕੋਲ ਜਿਗਰਾ ਨਹੀਂ ਹੁੰਦਾ ਅੱਗੇ ਨਿਸ਼ਕਾਮਤਾ ਦੇ ਨਾਲ ਕੰਮ ਕਰਨ ਦਾ। ਸੋ ਉਹ ਕਈ ਵਾਰ ਉਹ ਕਹਿ ਲਓ ਵੀ ਉਹ ਅੰਬਾਰ ਲਾਣੇ ਹੀ ਬੰਦੇ ਦਾ ਕਈ ਵਾਰ ਟਾਰਗੇਟ ਹੋ ਜਾਂਦਾ ਕਿ ਉੱਚੇ ਤੋਂ ਉੱਚਾ ਅੰਬਾਰ ਲਾਈਏ। ਸੋ ਕਹਿਣ ਦਾ ਮਤਲਬ ਸੰਸਥਾਵਾਂ ਕੋਲ, ਇੰਡੀਵਿਜੂਅਲਸ ਕੋਲ ਜੋ ਵੀ ਕੋਈ ਇੱਕ ਪਾਉਂਡ ਦਾ ਚਾਹੇ ਇੱਕ ਪੈਨੀ ਦਾ ਕੋਈ ਯੋਗਦਾਨ ਪਾ ਸਕਦਾ। ਇਸ ਸਮੇਂ ਦੇ ਵਿੱਚ ਮਨੁੱਖਤਾ ਦੇ ਉੱਪਰ ਆਈ ਹੋਈ ਇਸ ਵਿਪਤਾ ਦੇ ਸਮੇਂ ਦੇ ਵਿੱਚ ਸਾਨੂੰ ਸਾਰਿਆਂ ਨੂੰ ਕਹਿ ਲਓ ਪਾਉਣਾ ਚਾਹੀਦਾ ਹੈਗਾ ਆ। ਮੈਂ ਦਰਸ਼ਕਾਂ ਨੂੰ ਇਹੀ ਬਾਰ-ਬਾਰ ਅਪੀਲ ਕਰਾਂਗਾ ਕਿ ਇਸ ਵਕਤ ਬੱਚਿਆਂ ਦੀ ਸਪਾਂਸਰਸ਼ਿਪ ਤੇ ਵੀ ਜਿੱਥੇ ਤੁਸੀਂ ਬੜੇ ਦਿਲੋਂ ਸਾਡਾ ਸਾਥ ਦਿੱਤਾ, ਉਹ ਸਾਥ ਦਿੰਦੇ ਰਹੋ। ਨਾਲ ਦੀ ਨਾਲ ਜੋ ਕੋਵਿਡ ਦੀ ਹੁਣ ਜੋ ਸਿਚੁਏਸ਼ਨ ਆਈ ਹੋਈ ਹੈਗੀ ਹੈ, ਕਲਗੀਧਰ ਟਰਸਟ ਜੋ ਕਰ ਰਿਹਾ ਕੋਈ ਲੁਕਿਆ ਛਿਪਿਆ ਨਹੀਂ। ਸੋ ਉਹ ਸਾਰਾ ਕੁਝ ਰਿਕਾਰਡਡ ਵੀ ਹੈਗਾ ਆ। ਸੋ ਪਿਛਲੀਆਂ ਜੋ ਸੇਵਾਵਾਂ ਹੈਗੀਆਂ ਨੇ ਉਹ ਵੀ ਤੁਸੀਂ ਟੀਵੀ ਤੇ ਦੇਖਦੇ ਰਹਿੰਦੇ ਹੋ, ਪਰ ਉਹ ਹੈ ਸਾਰਾ ਕੁਝ ਇਸ ਕਰਕੇ ਜੇ ਤੁਹਾਡਾ ਯੋਗਦਾਨ ਹੈ, ਤਾਂ ਜੇ ਤੁਹਾਡਾ ਸਹਿਯੋਗ ਹੈ ਤਾਂ ਹੀ ਕਲਗੀਧਰ ਟਰਸਟ ਜੋ ਹੈ ਇਹ ਸੇਵਾਵਾਂ ਅੱਗੇ ਕੈਰੀ ਔਨ ਕਰਦਾ ਰਹੇਗਾ। ਸੋ ਦੋਸਤੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਸੋ ਆਪਣੇ ਮਹਿਮਾਨਾਂ ਤੋਂ ਮੈਂ ਇਜਾਜ਼ਤ ਲੈਣਾ ਚਾਹਾਂਗਾ ਤੇ ਧੰਨਵਾਦ ਕਹਿਣਾ ਚਾਹਾਂਗਾ। ਸੋ ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਏਗੀ, ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।